शुरू हाँ जी ਜਿਹੜਾ ਨੈਕਸਟ ਟੌਪਿਕ ਹੈਗਾ ਤੁਹਾਡੇ ਕੋਲ ਐਸਐਚ 3rd ਸੀ ਦੇ ਵਿੱਚੋਂ ਉਹ ਇਹਦਾ ਲਾਸਟ ਟੌਪਿਕ ਆ ਟੌਪਿਕ ਇਹ ਹੈ ਬੇਟਾ ਨਿਊਟਰਲ ਪੁਆਇੰਟਸ ਅਸੀਂ ਕਿਹਨੂੰ ਡਿਫਾਈਨ ਕਰੀਏ ਨਿਊਟਰਲ ਪੁਆਇੰਟ ਬੇਸਿਕਲੀ ਆਪਾਂ ਕਿੱਥੇ ਵਰਡ ਯੂਜ਼ ਕੀਤਾ ਸੀਗਾ ਆਪਾਂ ਐਕਸਪਲੇਨੇਸ਼ਨ ਸ਼ੁਰੂ ਕੀਤੀ ਸੀਗੀ ਅਰਥ ਦੇ ਮੈਗਨੇਟਿਜ਼ਮ ਦੀ ਉਹ ਚ ਮੈਂ ਇੰਨੀ ਗੱਲ ਕਹੀ ਸੀਗੀ ਕਿ ਜਦੋਂ ਅਰਥ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਆ ਤੇ ਅਰਥ ਦੇ ਮੈਗਨੈਟਿਕ ਫੀਲਡ ਨੂੰ ਅਸੀਂ ਜਸਟੀਫਾਈ ਕਿੱਦਾਂ ਕਰ ਸਕਦੇ ਤੇ ਉਹਦੇ ਅਸੀਂ ਡਿਫਰੈਂਟ ਐਕਸਪੈਰੀਮੈਂਟਲ ਆਬਜ਼ਰਵੇਸ਼ਨ ਦਸੀਆਂ ਸੀ ਜਿਨ੍ਹਾਂ ਚੋਂ ਇੱਕ ਇਹ ਦੱਸੀ ਸੀਗੀ ਕਿ ਜਦੋਂ ਕਿਸੇ ਬਾਰ ਮੈਗਨੇਟ ਨੂੰ ਤੁਸੀਂ ਫ੍ਰੀਲੀ ਸਸਪੈਂਡ ਕਰਦੇ ਹੋ ਤੇ ਹਮੇਸ਼ਾ ਇਹ ਅਰਥ ਦੇ ਨਾਰਥ ਸਾਊਥ ਡਾਇਰੈਕਸ਼ਨ ਚ ਰੁਕਦੀ ਹੈ ਜਿਹੜਾ ਇਹ ਇੰਡੀਕੇਟ ਕਰਦਾ ਕਿ ਦੀ ਅਰਥ ਵਿਲ ਪੋਸੈਸ ਸਮ ਮੈਗਨੇਟਿਜ਼ਮ ਉਸ ਤੋਂ ਬਾਅਦ ਸੈਕਿੰਡ ਆਪਾਂ ਉਹਦੇ ਚ ਇੱਕ ਪ੍ਰੂਫ ਹੈ ਲਿੱਤਾ ਸੀਗਾ ਇਫ ਵੀ ਡਰਾ magnetic field lines due to bar magnet if we draw magnetic field line due to bar magnet then during plotting of the magnetic field line around the bar magnet we find one point around a bar magnet either on the axial line or on the equatorial line where magnetic needle कहना जी remain at rest यानी मैग्नेटिक नीडल मेरी फ्री उस मूवमेंट ਦੇ ਉੱਤੇ ਹੋ ਜਾਂਦੀ ਉਹਦੇ ਤੇ ਕੋਈ ਮੈਗਨੈਟਿਕ ਫੋਰਸ ਲਾਈ ਨਹੀਂ ਕਰਦੀ ਠੀਕ ਆ ਤੇ ਉਸ ਉਹਨੂੰ ਆਪਾਂ ਨਾਮ ਦਿੱਤਾ ਸੀ ਕਿ ਜਿੱਥੇ ਇਹ ਮੈਗਨੈਟਿਕ ਨੀਡਲ ਇਹ ਪ੍ਰੋਪਰਟੀ ਸ਼ੋ ਕਰਦੀ ਆ ਉਹ ਮੇਰੇ ਕੋਲ ਐਸ ਸੱਚ ਮੇਰੇ ਮੈਗਨੇਟ ਦਾ ਨਿਊਟਰਲ ਪੁਆਇੰਟ ਆ ਬੇਟਾ ਤੇ ਪੁੱਤ ਉਹਨੇ ਇਹ ਕਿਹਾ ਕਿ ਵੀ ਉਹ ਨਿਊਟਰਲ ਪੁਆਇੰਟ ਕਿੱਥੇ ਹੋ ਸਕਦਾ ਠੀਕ ਹੈ ਤੇ ਆਪਾਂ ਉਦੋਂ ਵਰਡ ਦੂਜਾ ਇਹ ਦਿੱਤਾ ਸੀ ਕਿ ਨਿਊਟਰਲ ਪੁਆਇੰਟ ਉਸ ਪੁਆਇੰਟ ਨੂੰ ਕਹਿੰਦੇ ਜਿੱਥੇ ਦੋ ਤਰ੍ਹਾਂ ਦੇ ਮੈਗਨੈਟਿਕ ਫੀਲਡ ਦੀ ਫੋਰਸਿਸ ਜਿਹੜੀਆਂ ਨੇ ਉਹ ਇੱਕ ਦੂਜੇ ਨਾਲ ਬੈਲੈਂਸ ਹੁੰਦੀਆਂ ਉਹ ਕਹਿੰਦਾ ਜੀ ਉਦੋਂ ਸੀ ਕਿਹਾ ਸੀ ਇੱਕ ਮੈਗਨੈਟਿਕ ਫੀਲਡ ਇਸ ਬਾਰ ਮੈਗਨੇਟ ਦਾ ਹੋਏਗਾ ਤੇ ਇੱਕ ਮੈਗਨੈਟਿਕ ਫੀਲਡ ਇਹਦੇ ਅਰਾਊਂਡ ਅਰਥ ਦੇ ਮੈਗਨੈਟਿਕ ਫੀਲਡ ਦਾ ਹੋਏਗਾ ਜਿੱਥੇ ਉਹ ਅਰਥ ਦੇ ਮੈਗਨੈਟਿਕ ਫੀਲਡ ਔਰ ਇਸ ਬਾਰ ਮੈਗਨੇਟ ਦੇ ਮੈਗਨੈਟਿਕ ਫੀਲਡ ਇੱਕ ਦੂਜੇ ਦਾ ਇਫੈਕਟ ਕੈਨਸਲ ਆਊਟ ਕਰਦੇ ਆ ਉਸ ਪੁਆਇੰਟ ਨੂੰ ਅਸੀਂ ਨਾਮ ਦਿੰਦੇ ਕਿ ਉਹ ਮੇਰਾ ਨਿਊਟਰਲ ਪੁਆਇੰਟ ਹੈ ठीक है सो न्यूट्रल पॉइंट ਨੂੰ ਯਾਦ ਰੱਖਣ ਵਾਸਤੇ ਸਿਰਫ ਇੱਕ ਚੀਜ਼ ਯਾਦ ਰੱਖੋਗੇ ਕਿ ਤੁਹਾਡੀ ਬਾਰ ਮੈਗਨੇਟ ਨੂੰ ਅਸੀਂ ਅਰਥ ਦੇ ਮੈਗਨੈਟਿਕ ਫੀਲਡ ਦੇ ਅੰਡਰ ਠੀਕ ਹੈ ਜੀ ਕਿਹੜੇ ਵੇ ਨਾਲ ਰੱਖਿਆ ਹੋਇਆ ਕਿ ਬਾਰ ਮੈਗਨੇਟ ਦਾ ਨਾਰਥ ਪੋਲ ਠੀਕ ਹੈ ਅਰਥ ਦੇ ਮੈਗਨੈਟਿਕ ਨਾਰਥ ਵੱਲ ਰੱਖਿਆ ਕਿ ਬਾਰ ਮੈਗਨੇਟ ਦਾ ਨਾਰਥ ਅਰਥ ਦੇ ਮੈਗਨੈਟਿਕ ਸਾਊਥ ਵੱਲ ਰੱਖਿਆ ਉਹਦੇ ਅਕੋਰਡਿੰਗਲੀ ਨਿਊਟਰਲ ਪੁਆਇੰਟ ਜਿਹੜਾ ਹੋਏਗਾ that either lies on the axial line or lies on the equatorial line of this magnet ਉਹਦੇ ਲਈ ਆਪਾਂ ਫਰਸਟ ਪੁਆਇੰਟ ਲੈ ਰਹੇ if north pole of the magnet if north pole of bar magnet lies towards geographic south lies towards geographic south ठीक है then a neutral point always found कहना जी फिर न्यूट्रल पॉइंट जेड़ा होएगा always found on axial line of bar magnet ठीक है पुत्र ਇਹਨੂੰ ਜੇ ਡਾਇਗਰਾਮੈਟਿਕਲੀ ਅਸੀਂ ਸ਼ੋ ਆਫ ਕਰੀਏ ਤੇ ਆਪਾਂ ਆ ਕਹਿਣਾ ਚਾਹ ਰਹੇ ਹਾਂ ਕਿ ਜੇਕਰ ਐਸ ਸੱਚ ਇੱਥੇ ਤੁਸੀਂ ਡਿਫਰੈਂਟ ਆਪਣੀ ਡਾਇਰੈਕਸ਼ਨ ਸ਼ੋ ਆਫ ਕਰ ਦੋ ਇਸ ਸਾਈਡ ਜਿਓਗ੍ਰਾਫਿਕ ਸਾਊਥ ਤੇ ਜਿਓਗ੍ਰਾਫਿਕ ਨਾਰਥ ਆ ਗਿਆ ਤੇ ਤੁਸੀਂ ਇੱਕ ਬਾਰ ਮੈਗਨੇਟ ਇੱਥੇ ਰੱਖ ਕੇ ਜੇ ਤੁਸੀਂ ਇੱਥੇ ਇੱਕ ਬਾਰ ਮੈਗਨੇਟ ਰੱਖ ਕੇ ਠੀਕ ਹੈ ਜੀ ਇਸ ਸਾਈਡ ਨੂੰ ਬਾਰ ਮੈਗਨੇਟ ਦਾ ਨਾਰਥ ਤੇ ਇਧਰ ਨੂੰ ਆ ਗਿਆ ਸਾਊਥ ਜੇ ਬਾਰ ਮੈਗਨੇਟ ਦਾ ਨਾਰਥ ਜਿਹੜਾ ਵਾ ਉਹ ਜਿਓਗ੍ਰਾਫਿਕ ਸਾਊਥ ਡਾਇਰੈਕਸ਼ਨ ਚ ਲਾਈ ਕਰੇ ਤੇ ਉਸ ਮੂਵਮੈਂਟ ਤੇ ਇੱਥੇ ਅਸੀਂ ਕੰਪਸ ਨੀਡਲ ਰੱਖ ਕੇ ਜੇ ਇਸ ਮੈਗਨੇਟ ਦੇ ਅਰਾਊਂਡ ਇਹਦੇ ਮੈਗਨੈਟਿਕ ਫੀਲਡ ਲਾਈਨ ਡਰਾ ਕਰਦੇ ਜਾਈਏ ਠੀਕ ਆ ਤੇ ਇਸ ਮੈਗਨੇਟ ਦੇ ਅਰਾਊਂਡ ਕੁਝ ਇਸ ਵੇ ਨਾਲ ਮੇਰੀਆਂ ਮੈਗਨੈਟਿਕ ਫੀਲਡ ਲਾਈਨ ਜਿਹੜੀਆਂ ਉਹ ਡਰਾ ਹੋਈ ਜਾਣੀਆਂ ਯਾਨੀ ਇਸ ਵੇ ਨਾਲ ਇਹਦੇ ਅਰਾਊਂਡ ਮੈਗਨੈਟਿਕ ਫੀਲਡ ਲਾਈਨ ਬਣਦੀਆਂ ਜਾਣੀਆਂ ਬੇਟਾ ਉਹ ਕਹਿੰਦਾ ਪੁੱਤ ਜਦੋਂ ਇਹ ਮੈਗਨੈਟਿਕ ਫੀਲਡ ਲਾਈਨ ਪਲਾਟ ਕਰਾਂਗੇ ਅਸੀਂ ਹੈਨਾ
ਤੇ ਉਸ ਮੂਮੈਂਟ ਤੇ ਇਹ ਲਾਈਨ ਪਲਾਟ ਕਰਦੇ ਕਰਦੇ ਆ ਮੈਗਨੇਟ ਦੀ ਜਿਹੜੀ ਐਕਸੀਅਲ ਲਾਈਨ ਹੋਏਗੀ, ਜਿਹੜੀ ਮੈਗਨੇਟ ਦੀ ਐਕਸਿਸ ਦੇ ਅਲੋਂਗ ਲਾਈਨ ਆਏਗੀ, ਤੇ ਇਸ ਲਾਈਨ ਤੇ ਕਿਸੇ ਇੱਕ ਪੁਆਇੰਟ ਤੇ, ਠੀਕ ਹੈ ਜੀ, ਆ ਜਿੱਦਾਂ ਦੋ ਪੁਆਇੰਟ ਆ ਗਏ ਐਕਸਿਅਲ ਲਾਈਨ ਤੇ ਔਨ ਆਈਦਰ ਸਾਈਡ, ਠੀਕ ਹੈ, ਇਹਨਾਂ ਪੁਆਇੰਟਸ ਦੇ ਉੱਤੇ ਜੇ ਤੁਸੀਂ ਐਸ ਸੱਚ ਕਹਿੰਦਾ ਜੀ ਜਦੋਂ ਮੈਗਨੈਟਿਕ ਨੀਡਲ ਰੱਖਾਂਗਾ ਤੇ ਇਹਨਾਂ ਪੋਜੀਸ਼ਨਸ ਤੇ, ਇਸ P ਔਰ Q ਪੋਜੀਸ਼ਨਸ ਤੇ ਮੇਰੇ ਕੋਲ ਜਿਹੜੀ ਮੈਗਨੈਟਿਕ ਨੀਡਲ ਹੋਏਗੀ ਉਹ ਐਸ ਸੱਚ ਕਹਿੰਦਾ ਮੇਰੇ ਕੋਲ ਫ੍ਰੀ ਸਸਪੈਂਡ ਹੋ ਜਾਏਗੀ, ਯਾਨੀ ਫ੍ਰੀ ਆਪਣੇ ਕੋਲ ਆਪਣੇ ਆਪ ਚ ਰਹੇਗੀ, ठीक है, वो इस मूवमेंट ते किसी भी मैग्नेटिक फील्ड दे नाल बाउंडेड नहीं होएगी। ते आ पॉइंट जेडे एक्सियल लाइन दे उत्ते आने आ, वो कहंदा जी फिर इहदे जनरेट होण दा कॉज की आ, ते ओ च ਅਸੀਂ वर्ड लिते ਸੀਗੇ कि जे ये पॉइंट जनरेट ਹੁੰਦੇ ਪਏ ਜਿੱਥੇ मैग्नेटिक नीडल ते कोई फोर्स नहीं लग रही, वो कहंदा जी this point is due to कहंदा cancellation of the magnetic field of the bar magnet with the horizontal component of earth magnetic field, यानी इना पॉइंट्स दे उत्ते इस बार मैग्नेट दा मैग्नेटिक फील्ड ते अर्थ दे मैग्नेटिक फील्ड दा हॉरिजॉन्टल कंपोनेंट जेड़ा वा वो आपस एक दूजे ना कैंसल हो जाते, ठीक है। ते दूजे पासे जे इनु मैथमेटिकली लिखा हुण मैं ते आ कह रहा कि भी जेड़ा मैग्नेटिक फील्ड बार मैग्नेट दा होएगा उन्हें B सिंबल देना पिया, it should be equal to horizontal component of earth magnetic field at that location। ਤੇ ਹੁਣ ਆ ਜਿਹੜਾ magnetic field due to bar magnet ਆ ਹਨਾ, ਇਹ ਅਸੀਂ ਆਲਰੇਡੀ ਐਕਸੀਅਲ ਲਾਈਨ ਵਾਲੇ ਟੌਪਿਕ 'ਚ ਇਹਦਾ ਫਾਰਮੂਲਾ ਡਰਾਈਵ ਕੀਤਾ ਹੋਇਆ। ਇਨ ਕੇਸ ਮੈਂ ਅੱਗੇ ਵੀ ਕਿਹਾ ਸੀ ਨਹੀਂ ਸਿੱਧਾ ਸਿੱਧਾ ਯਾਦ ਆਵੇ, ਇਲੈਕਟ੍ਰਿਕ ਫੀਲਡ ਔਨ ਐਕਸੀਅਲ ਲਾਈਨ ਦਾ ਫਾਰਮੂਲਾ ਆਪਾਂ ਨੂੰ ਯਾਦ ਹੋਣਾ ਚਾਹੀਦਾ। कोई बोलेगा इलेक्ट्रिक फील्ड इंटेंसिटी ऑन एक्सियल लाइन दा की फार्मूला सी? 2p/r³। चलो मान लिया जी 2p/r³, पर ये 2p/r³ वाला फार्मूला जेड़ा ये मेरे को शॉर्ट डाइपोल दा सीगा, नॉर्मल डाइपोल दा की फार्मूला सीगा? चेते किसी नु? 2pr, हाँ बोलो। 2pr/r² - a² का होल स्क्वायर। बिल्कुल 2pr/r² - a² दा होल स्क्वायर, ठीक है। ते पुੱਤ ਤੁਸੀਂ ਜੇ ਐਸ ਚ ਮੈਗਨੈਟਿਕ ਫੀਲਡ ਵਾਲਾ ਨਹੀਂ ਵੀ ਯਾਦ ਹੋਵੇ ਇਲੈਕਟ੍ਰਿਕ ਫੀਲਡ ਵਾਲੇ ਤੋਂ ਇਮੀਡੀਏਟ ਬਣਾ ਲਓ। ਬਣਾਉਣ ਦਾ ਢੰਗ ਕੀ ਹੋਏਗਾ, ਇਲੈਕਟ੍ਰਿਕ ਫੀਲਡ ਦੀ ਥਾਂ ਤੇ ਮੈਗਨੈਟਿਕ ਆ ਗਿਆ, 1/ε0 ਦੀ ਜਗ੍ਹਾ ਤੇ ਮੇਰੇ ਕੋਲ μ0/4 ਪਾਈ ਆ ਗਿਆ, ठीक है जी। इथे मैग्नेटिक डाइपोल मूवमेंट आनी, मैग्नेटिक डाइपोल मूवमेंट का सिंबल M आ गया, बाकी कुछ भी नहीं चेंज होना। क्या आज ही समय लगी? यस सर। हुण ये जिन्ना मैग्नेटिक फील्ड थोड़े बार मैग्नेट दा इनू तुसी एस सच अर्थ दे मैग्नेटिक फील्ड नाल कहना जी एस सच इक्वेट कर दो ते आ रिलेशन तुहाडे कोल किसी भी वेरिएबल नू कैलकुलेट करा देगा जेडे एस सच इस फार्मूले दे विच मेरे कोल एस सच रिक्वायर्ड है। क्या इन्नी गल समय लगी? लास्ट वर्ड ऐड कर रहे हैं ਹੁਣ ਜੇ ਇੱਥੇ ਤੁਸੀਂ ਐਸ ਸੱਚ ਮੈਗਨੈਟਿਕ ਫੀਲਡ ਲਾਈਨ ਪਲਾਟ ਕਰਦੇ ਜਾਓਗੇ, ਉਹ ਕਹਿੰਦਾ ਵੀ ਜਦੋਂ ਆ ਮੈਗਨੈਟਿਕ ਫੀਲਡ ਲਾਈਨਾਂ ਪਲਾਟ ਕਰਦੇ ਨਾ ਤੇ ਜਿੱਦਾਂ ਜਿੱਦਾਂ ਤੁਸੀਂ ਬਾਰ ਮੈਗਨੇਟ ਤੋਂ ਪਰੇ ਹੁੰਦੇ ਜਾਓਗੇ, ਆ ਲਾਈਨ ਤੇ ਇਦਾਂ ਹੀ ਪਲਾਟ ਕਰਦੇ ਜਾਵਾਂਗੇ, ਪਰ ਜਿੱਦਾਂ ਜਿੱਦਾਂ ਮੈਂ ਬਾਰ ਮੈਗਨੇਟ ਤੋਂ ਪਰੇ ਜਾਂਦਾ ਜਾਵਾਂਗਾ ਬੇਟਾ, ਤੇ ਇੱਥੇ ਜਿਹੜੀਆਂ ਮੈਗਨੈਟਿਕ ਫੀਲਡ ਲਾਈਨਾਂ ਕੁਝ ਇਸ ਵੇ ਨਾਲ ਅਸੀਂ ਸਟ੍ਰੇਟ ਲਾਈਨ ਦਿਖਾ ਦਾਂਗੇ। ਉਹ ਕਹਿੰਦਾ ਜੀ ਇਹ ਲਾਈਨਾਂ ਕਿਹਦੀਆਂ ਨੇ, ਤਾਂ ਅਸੀਂ ਕਹਿੰਦੇ ਜੀ these magnetic field lines are due to कहना जी magnetic field produced due to earth magnet, यानी आ magnetic field लाइना बार मैग्नेट तो जो मैं अवे हो जावांगा, ठीक है, ये तो एक डिस्टेंस ते जावांगा ते उस मूवमेंट ते इना पोजीशंस ते मेरे को अर्थ दे मैग्नेटिक फील्ड ने डोमिनेट करना शुरू होना। इथे बार मैग्नेट दे नियर बाय मैग्नेटिक फील्ड लाइना अर्थ दियां भी ते मैग्नेट दियां भी दोनों आपस में इंटरेक्शन दिखांदियां, ठीक है, पर क्योंकि बार मैग्नेट दा मैग्नेटिक फील्ड नियर दा बार मैग्नेट स्ट्रॉन्गर है, इसलिए मेन पैटर्न असी बार मैग्नेट दे मैग्नेटिक फील्ड दा दिखाया, पर जिदा जिदा बार मैग्नेट तो अवे जावांगा उन्हां पोजीशंस ते अर्थ दा मैग्नेटिक फील्ड जेड़ा वो शो अप हुंदा जाएगा ते बार मैग्नेट दा मैग्नेटिक फील्ड वीक हो जाएगा। ते मैग्नेटिक फील्ड लाइंस हमेशा जदों भी प्लॉट करदे आ दे आर ऑलवेज टू बी फ्लो फ्रॉम
ਨਾਰਥ ਪੋਲ ਟੂ ਸਾਊਥ ਪੋਲ। ਹੁਣ ਜੇ ਇਸ ਸਾਈਡ ਤੇ ਮੇਰੀ ਬਾਰ ਮੈਗਨੇਟ ਦਾ ਨਾਰਥ ਆ ਬੇਟਾ, ਔਰ ਇਸ ਬਾਰ ਮੈਗਨੇਟ ਦੇ ਨਾਰਥ ਨੂੰ ਅਸੀਂ ਜੀਓਗ੍ਰਾਫਿਕ ਸਾਊਥ ਵੱਲ ਰੱਖਿਆ ਹੋਇਆ, ਤੇ ਜਿੱਧਰ ਨੂੰ ਜੀਓਗ੍ਰਾਫਿਕ ਸਾਊਥ ਹੋਏਗਾ ਇਧਰ ਨੂੰ ਸਾਡੀ ਅਰਥ ਦੀ ਮੈਗਨੇਟ ਦਾ ਨਾਰਥ ਪੋਲ ਆ ਜਾਊ। Yes, sir. ਉਹ ਤਾਂ ਗੱਲ ਤੇ ਲੱਗਦੀ ਵੀ ਜੋ ਲਾਸਟ ਦੱਸਦਾ ਪਿਆ ਕਿ ਜਿਹੜਾ ਬੱਚੇ ਆਪਣੇ ਕੋਲ ਐਸਐਚ ਆਪਾਂ ਜੇ ਮੈਗਨੈਟਿਕ ਲਾਈਨਾਂ ਪਲਾਟ ਕਰਨੀਆਂ ਤੇ ਮੈਗਨੈਟਿਕ ਲਾਈਨ ਜਿਹੜੀਆਂ ਨੇਗੀਆਂ ਨਿਊਟਰਲ ਪੁਆਇੰਟ ਜਿਹੜਾ ਵਾ ਉਹ ਦੋ ਤਰ੍ਹਾਂ ਦੇ ਮੈਗਨੈਟਿਕ ਫੀਲਡ ਨਾਲ ਆਪਸ ਕੈਂਸਲ ਹੋ ਰਿਹਾ। ਨੋ ਡਾਊਟ ਅਸੀਂ ਪਿੱਛੇ ਇੱਕ ਚੀਜ਼ ਦੱਸੀ ਹੋਈ ਆ ਕਿ ਵੀ ਜਿਹੜਾ ਜੀਓਗ੍ਰਾਫਿਕ ਨਾਰਥ ਸਾਊਥ ਹੈਗਾ, ਠੀਕ ਹੈ, ਤਾਂ ਜਿਹੜਾ ਮੈਗਨੈਟਿਕ ਨਾਰਥ ਸਾਊਥ ਹੈਗਾ ਇਹ ਕੁਝ ਐਂਗਲ ਤੇ ਟਿਲਟ ਆ। ਇਸ ਵੇਲੇ ਉਹ ਐਂਗਲ ਵਾਲੇ ਪਾਰਟ ਦੀ ਲੋੜ ਨਹੀਂ, ਇਸ ਲਈ ਉਹਦਾ ਕਨਸੈਪਟ ਕਿਤੇ ਨਹੀਂ ਜੋੜ ਰਹੀ। ਅਸੀਂ ਸਿਰਫ ਇਹ ਲੈ ਰਹੇ ਜਿੱਧਰ ਨੂੰ ਜੀਓਗ੍ਰਾਫਿਕ ਸਾਊਥ ਪੋਲ ਹੋਏਗਾ ਇਸ ਪਾਸੇ ਅਰਥ ਦੇ ਮੈਗਨੇਟ ਦਾ ਜਿਹੜਾ ਵਾ ਉਹ ਨਾਰਥ ਪੋਲ ਲਾਈ ਕਰਦਾ ਪਿਆ, ਠੀਕ ਹੈ, ਔਰ ਇਸ ਪਾਸੇ ਨੂੰ ਅਰਥ ਦੇ ਮੈਗਨੇਟ ਦਾ ਸਾਊਥ ਪੋਲ। ਇਸ ਲਈ ਇਸ ਮੂਵਮੈਂਟ ਤੇ ਆ ਮੈਗਨੈਟਿਕ ਫੀਲਡ ਲਾਈਨ ਦੀ ਡਾਇਰੈਕਸ਼ਨ ਵੀ ਜੇ ਮੈਂ ਪਲਾਟ ਕਰਾਂ ਤੇ these lines are to be plotting from north of the earth magnet towards the south of the earth magnet and during this whole of the plot ਕਹਿੰਦਾ ਜੀ ਆ ਮੇਰੇ ਕੁਝ ਨਿਊਟਰਲ ਪੁਆਇੰਟ ਆਣੇ ਆ ਜਿਨ੍ਹਾਂ ਥਾਵਾਂ ਤੇ ਅਸੀਂ ਕਹਿੰਦੇ ਜੀ ਮੈਗਨੈਟਿਕ ਫੀਲਡ ਬਾਰ ਮੈਗਨੇਟ ਦਾ ਤੇ ਅਰਥ ਦੇ ਮੈਗਨੇਟ ਦਾ ਮੈਗਨੈਟਿਕ ਫੀਲਡ ਇੱਕ ਦੂਜੇ ਨੂੰ ਬੈਲੈਂਸ ਕਰੂ। ਉਹਦੀ ਅਸੀਂ ਕੰਡੀਸ਼ਨ ਦੇ ਕੇ ਇਹਨਾਂ ਚੋਂ ਜਿਹੜਾ ਕਿਤੇ ਨੂਮੈਰੀਕਲ ਚ ਕੋਈ ਵੇਰੀਏਬਲ ਕਹੇਗਾ ਉਹ ਕੈਲਕੂਲੇਟ ਕਰ ਲਾਂਗੇ। ਕਿਆ ਇੰਨੀ ਗੱਲ ਕਲੀਅਰ ਆ? Yes, sir. Yes, sir. ਚਲੋ ਸੈਕਿੰਡ ਕੇਸ ਇਸੇ ਦਾ ਰਿਵਰਸ ਬਣਾ ਲਾਂਗੇ। ਸੈਕਿੰਡ ਕੇਸ ਮੈਨੂੰ ਨੇ ਕਹਿ ਦਿੱਤਾ कंडीशन सेम ऊपर वाली एक वर्ड चेंज करेंगे if north pole of the bar magnet lie towards the geographic north कह दे हो, यानी इस north वाल geographic जे north आ गया ते अर्थ दी मैग्नेट दे अंदर साउथ आ जू। क्लियर है नी गल? Yes, sir. So second case आ बना रहे हैं जी if north pole of bar magnet lies towards the geographic north, ठीक है, फिर उदो न्यूट्रल पॉइंट जेड़ा होएगा देन न्यूट्रल पॉइंट, ठीक है, मेरे को एसएच इक्वेटोरियल लाइन पे आ जाएगा, देन न्यूट्रल पॉइंट lies on इक्वेटोरियल लाइन ऑफ डाइपोल। फिर तुसी इक्वेटोरियल लाइन वाला जेड़ा मैग्नेटिक फील्ड दा फार्मूला वा ਉਹਨੂੰ ਤੁਸੀਂ ਅਰਥ ਦੇ ਮੈਗਨੈਟਿਕ ਫੀਲਡ ਨਾਲ ਕਹਿੰਦਾ ਜੀ ਬੈਲੈਂਸ ਕਰੋਗੇ। ਯਾਨੀ ਇਸ ਕੇਸ ਦੇ ਅੰਦਰ ਜੇ ਆਪਾਂ ਗੱਲ ਕਰੀਏ ਤੇ ਜਿਹੜੇ ਦੋ ਮੈਗਨੈਟਿਕ ਫੀਲਡ ਇੱਕ ਦੂਜੇ ਨਾਲ ਬੈਲੈਂਸ, ਡਾਇਗਰਾਮ ਖੁਦ ਬਣਾ ਲਓਗੇ, ਉਹ ਚ ਕੁਝ ਨਹੀਂ ਹੋ ਰਾਣਾ ਬੇਟਾ, ਠੀਕ ਹੈ, ਸਿਰਫ ਇਹ ਹੋਏਗਾ ਕਿ ਵੀ ਹੁਣ ਜਿਹੜੇ ਦੋ ਮੈਗਨੈਟਿਕ ਫੀਲਡ ਆਪਸ ਵਿੱਚ ਬੈਲੈਂਸ ਕਰਨੇ ਆ। ਫਿਰ ਕੰਡੀਸ਼ਨ ਉਹੀ ਲਿਖਾਂਗਾ ਮੈਗਨੈਟਿਕ ਫੀਲਡ ਡਿਊ ਟੂ ਬਾਰ ਮੈਗਨੇਟ ਇਜ਼ ਬੈਲੈਂਸਡ ਬਾਈ ਦਾ ਹੌਰੀਜ਼ੌਂਟਲ ਕੰਪੋਨੈਂਟ ਆਫ ਅਰਥ। ਤੇ ਜੇ ਇਹਨਾਂ ਨੂੰ ਇਕੁਏਟ ਕਰਾਂ ਤੇ ਇੱਥੇ ਮੈਗਨੈਟਿਕ ਫੀਲਡ ਔਨ ਇਕੁਟੋਰੀਅਲ ਲਾਈਨ ਵਾਲਾ ਫਾਰਮੂਲਾ ਚਾਹੀਦਾ ਆਪਾਂ ਨੂੰ। ਹੈ ਦਿਮਾਗ 'ਚ ਕਿਸੇ ਦੇ ਕਿਹੜਾ ਸੀਗਾ? 1/4 ਪਾਈ ਐਪਸਾਈਲਨ ਨॉट। ਬੋਲੋ ਜੀ ਅੱਗੇ। PR over R square minus A square का whole square ਦੁਬਾਰਾ ਬੋਲ ਦੇ। into PR upon R square minus A square का whole square। ਤੂੰ ਕਿਹਦਾ ਫਾਰਮੂਲਾ ਬੋਲਿਆ? ਇਕੁਟੋਰੀਅਲ ਦਾ। Yes, sir. 1/4 ਪਾਈ ਐਪਸਾਈਲਨ ਨॉट 2PR over R square minus ऊपर वाला सेम बोल रहे हैं सर नहीं, उसमें 2 हटाया मैंने। बाकी सारा सेम। Yes, sir. गलत। कोई होर बोलो जिन्होंने याद होवे इक्वेटोरियल लाइन ऑफ डाइपोल दा फार्मूला। मनन, रवनीत। सर डिनोमिनेटर r square plus l square है। दोबारा बोल। सर डिनोमिनेटर ਵਿੱਚ 네ਗੇਟਿਵ ਦੀ ਜਗ੍ਹਾ ਪੋਜ਼ਿਟਿਵ ਸਾਈਨ ਹੈ r square plus l square ਦਾ ਹੋਲ पावर ਸਕੁਅਰ 3/2. ਪਾਵਰ। गलत आ। फार्मूला सीगा, चलो टाइम वेस्ट नहीं करांगे। फार्मूला सी 1/4 पाई एप्सिलॉन नॉट p ओवर r स्क्वायर प्लस a स्क्वायर पावर 3/2। ठीक है जी, आ फार्मूला वा ते पुत एक फॉर्म च याद रखना जरूरी होएगा, भावें इलैक्ट्रिक च रखो ते भावें मैग्नेटिक च रखो। हुण जे ए तो आपां मैग्नेटिक फील्ड बनाना, ए मतलब इलैक्ट्रिक फील्ड दा फार्मूला b नाल रिप्लेस कर दो। आही सेम चीज एप्सिलॉन नॉट की जगह पे मेरे को म्यू नॉट आ गया,
डाइपोल मोमेंट P ਦੀ ਜਗ੍ਹਾ ਤੇ ਮੇਰੇ ਕੋਲ ਜਿਹੜੀ डाइपोल मोमेंट M ਆਵੇ। ਆ ਫਾਰਮੂਲਾ ਨਾਰਮਲ ਡਾਈਪੋਲ ਦਾ। ਜੇ ਮੇਰੇ ਕੋਲ ਡਾਈਪੋਲ ਸ਼ਾਰਟ ਡਾਈਪੋਲ ਹੋ ਜਵੇ ਤੇ ਉਹ ਚ ਅਸੀਂ ਕਿਹਾ ਸੀ A ਨਿਗਲੈਕਟ ਹੋ ਜਾਏਗਾ, ਸਕੁਅਰ ਨਾ ਆ 2 ਕੈਨਸਲ ਹੋ ਜਾਣਾ, ਫਾਰਮੂਲਾ ਮੇਰੇ ਕੋਲ ਰਹਿ ਜਾਊਗਾ μ ਨॉट बाय 4 पाई M by R क्यूब। क्या ਇੰਨੀ ਗੱਲ ਸਮਝ ਲੱਗਦੀ ਪਈ? Yes, sir. Yes. Yes, sir. तो इस केस ਦੇ ਅੰਦਰ ਆ ਮੈਗਨੈਟਿਕ ਫੀਲਡ ਦਾ ਫਾਰਮੂਲਾ ਐਸਐਲ ਚ ਅਰਥ ਦੇ ਹੌਰੀਜ਼ੌਨਟਲ ਕੰਪੋਨੈਂਟ ਨਾਲ ਇਕੁਏਟ ਕਰ ਦਾਂਗੇ, ਠੀਕ ਹੈ ਜੀ। ਤੇ ਆਪਣੇ ਕੋਲ ਐਸਐਲ ਚ ਰਿਜ਼ਲਟੈਂਟ ਕੰਡੀਸ਼ਨ ਨਿਊਟਰਲ ਪੁਆਇੰਟ ਦੀ ਇਕੁਟੋਰੀਅਲ ਲਾਈਨ ਤੇ ਆ ਜਾਏਗੀ। ਸੇਮ ਜਿੱਦਾਂ ਐਕਸੀਅਲ ਲਾਈਨ ਤੇ ਕਹਿੰਦੇ ਪਏ ਉਹਦੇ ਚ ਇਸ ਪਰਪੈਂਡੀਕੂਲਰ ਬਾਈਸੈਕਟਰ ਲਾਈਨ ਦੇ ਉੱਤੇ ਅਸੀਂ ਕਹਿੰਦੇ ਨਿਊਟਰਲ ਪੁਆਇੰਟ ਮਿਲ ਜਾਏਗਾ। क्या आ दोनों दे दोनों रिजल्ट क्लियर है एक्सियल दा इक्वेटोरियल वाला न्यूट्रल पॉइंट दा? Yes, sir. ओए बाकी जाने रिस्पोंड कर दिया करो कि नहीं, बार-बार कहना पवे। Yes, sir. Yes, sir. Yes, sir. विच बोल पिया करो, ਤੁਹਾਡੀ भी सुस्ती दूर हो जाऊगी। चलो नेक्स्ट शुरू कर रहे हैं। केमिस्ट्री से ਤੁਹਾਡੇ ਟੌਪਿਕ ਆ ਪੈਰਾਮੈਗਨੈਟਿਕ, ਫੈਰੋਮੈਗਨੈਟਿਕ, ਫੈਰੀਮੈਗਨੈਟਿਕ, ਐਂਟੀ ਪੈਰੋ। ਪੜ੍ਹੇ ਸਾਰੇ? Yes, sir. Yes, sir. Yes, sir. ਬੇਸਿਕਲੀ ਆਪਣੇ ਕੋਲ ਉਹਨਾਂ ਨੇ ਡਿਲੀਟ ਕੀਤੇ ਵੀ ਇਸ ਲਈ ਹੈ ਕਿਉਂਕਿ ਉਹ ਕੈਮਿਸਟਰੀ ਚ ਤੁਹਾਡੇ ਕਵਰ ਹੋ ਜਾਂਦੇ ਟੌਪਿਕ, ਇਸ ਲਈ ਉਹਨਾਂ ਨੇ ਜਿਹੜਾ ਕਾਮਨ ਟੌਪਿਕ ਆ ਉਹ ਵਿੱਚੋਂ ਨਿਕਾਲਿਆ ਵਾ। ਆਪਣੇ ਕੋਲ ਇੱਕ ਫਰਕ ਸੀਗਾ, ਠੀਕ ਹੈ, ਥੋੜਾ ਜਿਹਾ ਉਹਨੂੰ ਇੰਟਰੋ ਨੂੰ ਨਾਲ ਜੋੜਾਂਗਾ। ਆਪਣੇ ਕੋਲ ਜਿਹੜਾ ਅਗਲਾ ਪਾਰਟ ਹੈਗਾ ਚੈਪਟਰ ਦਾ ਨਾਮ ਲਵਾਂ, ਠੀਕ ਹੈ, ਤੇ ਚੈਪਟਰ ਦਾ ਨਾਮ ਹੈਗਾ ਕਲਾਸੀਫਿਕੇਸ਼ਨ ਆਫ ਮੈਗਨੈਟਿਕ ਮਟੀਰੀਅਲ। ਪਰ ਪੁੱਤ ਹੁਣ ਇਸ ਕਲਾਸੀਫਿਕੇਸ਼ਨ ਵਾਲੇ ਚੈਪਟਰ ਚੋਂ ਸਿਰਫ 2 ਟੌਪਿਕ ਆਪਾਂ ਕਰਨੇ ਆ। ਇੱਕ ਹੈਗਾ ਆਪਣੇ ਕੋਲ ਮੈਗਨੈਟਿਕ ਡਾਈਪੋਲ ਮੂਵਮੈਂਟ, ਠੀਕ ਹੈ, ਆਫ ਰਿਵੋਲਵਿੰਗ ਇਲੈਕਟ੍ਰੋਨ, ਤੇ ਦੂਜਾ ਕੁਝ ਇੰਪੋਰਟੈਂਟ ਟਰਮਸ ਹੈਗੀਆਂ ਨੇ ਉਹ ਆਪਾਂ ਨਾਲ ਕਰਾਂਗੇ। ਹੁਣ ਉਹ ਚ ਸਭ ਤੋਂ ਪਹਿਲਾਂ ਇਹ ਸਾਰੇ ਟੌਪਿਕ ਲਿੰਕ ਕਿਹੜੀ ਚੀਜ਼ ਨਾਲ ਜਾ ਕੇ ਹੋਣੇ? ਅਸੀਂ ਇਹ ਕਹਿੰਦੇ ਕਿ ਵੀ ਕੋਈ ਇੱਕ ਗਿਵਨ ਮਟੀਰੀਅਲ ਮੇਰੇ ਕੋਲ ਹੈਗਾ, ਉਹ ਕਹਿੰਦਾ ਜੀ ਇਹ ਗਿਵਨ ਮਟੀਰੀਅਲ ਮੇਰੇ ਕੋਲ ਵੈਨ ਪਲੇਸਡ ਇਨ ਮੈਗਨੈਟਿਕ ਫੀਲਡ ਦੈਨ ਹਾਊ ਇਟ ਵਿਲ ਬਿਹੇਵ। ਅਸੀਂ ਕਹਿੰਦੇ ਕਿਸੇ ਮੈਗਨੈਟਿਕ ਮਟੀਰੀਅਲ ਨੂੰ ਜਦੋਂ ਤੁਸੀਂ ਮੈਗਨੈਟਿਕ ਫੀਲਡ ਦੇ ਇਨਫਲੂਐਂਸ ਲੈ ਕੇ ਆਉਂਦੇ ਤਾਂ ਅਸੀਂ ਅਬਜ਼ਰਵ ਕਰਦੇ ਹਾਂ ਇਸ ਮਟੀਰੀਅਲ ਦਾ ਬਿਹੇਵੀਅਰ ਜਿਹੜਾ ਵਾ ਉਹ ਡਿਫਰੈਂਟ ਟਾਈਪ ਦਾ ਹੋਏਗਾ। ਉਹ ਕਹਿੰਦਾ ਜੀ ਜੇ ਇਹ ਡਾਇਆ ਮੈਗਨੈਟਿਕ ਮਟੀਰੀਅਲ ਹੋਏਗਾ, ਆ ਕਿਸੇ ਇੱਕ ਰੀਜਨ 'ਚ ਤੁਸੀਂ ਮੈਗਨੈਟਿਕ ਫੀਲਡ ਅਪਲਾਈ ਕਰਦੇ ਪਏ ਹੋ, ਯਾਨੀ ਇਸ ਪੂਰੇ ਰੀਜਨ ਦੇ ਅੰਦਰ ਯੂਨੀਫਾਰਮ ਮੈਗਨੈਟਿਕ ਫੀਲਡ ਸੀਗਾ, ਤੇ ਜੇ ਮੈਂ ਇਸ ਰੀਜਨ ਦੇ ਅੰਦਰ ਇੱਕ ਮੈਗਨੈਟਿਕ ਮਟੀਰੀਅਲ ਨੂੰ ਰੱਖ ਦਿੱਤਾ ਤੇ ਇਹਦੇ ਆਬਜ਼ਰਵੇਸ਼ਨ ਜਿਹੜੀਆਂ ਨੇ ਉਹ ਡਿਫਰੈਂਟ ਆ। ਉਹ ਕਹਿੰਦਾ ਜੀ ਕੋਈ ਮਟੀਰੀਅਲ ਇਦਾਂ ਦਾ ਹੋਏਗਾ ਵਿਚ ਵਿਲ ਪ੍ਰੈਫਰ, ਕਹਿੰਦਾ ਜੀ ਦਿਸ ਟਾਈਪ ਆਫ ਮੈਗਨੈਟਿਕ ਫੀਲਡ ਪੈਟਰਨ, ਯਾਨੀ ਇਨ ਸਮ ਆਫ ਦਾ ਮਟੀਰੀਅਲ ਮੈਗਨੈਟਿਕ ਫੀਲਡ ਲਾਈਨ ਵਿਲ ਪ੍ਰੈਫਰ to pass कहना जी out of the magnetic material rather than to pass through the magnetic material। कोई मटीरियल इदा दा होएगा कि जदों मैं मैग्नेटिक फील्ड दे अंदर रखांगा, ठीक है, तो then some of the line they will passes through the magnetic material, some of the line will passes through the magnetic material where some line will passes out of the magnetic material। मतलब कुछ अनडेविएटेड तुरियां जा रही और कुछ मैग्नेटिक लाइन इस मैग्नेटिक मटीरियल वाल अट्रैक्ट हो गई। ਤੇ ਕੋਈ ਮਟੀਰੀਅਲ ਇਦਾਂ ਦਾ ਹੋਏਗਾ ਕਿ ਵੀ ਮੈਕਸਿਮਮ ਨੰਬਰ ਆਫ ਮੈਗਨੈਟਿਕ ਲਾਈਨ ਦੇ ਵਿਲ ਪਾਸ ਥਰੂ ਦਾ ਮਟੀਰੀਅਲ, ਯਾਨੀ ਉਦੋਂ ਮੈਕਸਿਮਮ ਲਾਈਨ ਜਿਹੜੀਆਂ ਨੇ ਉਹ ਮਟੀਰੀਅਲ ਦੇ ਥਰੂ ਹੋ ਕੇ ਜਾਂਦੀਆਂ ਪਈਆਂ। ਤੇ ਫਿਰ ਇਹਨਾਂ ਡਿਫਰੈਂਟ ਟਾਈਪ ਦੇ ਮਟੀਰੀਅਲ ਦਾ ਜੇ ਮੈਂ ਬਿਹੇਵੀਅਰ ਸਟੱਡੀ ਕਰਨਾ, ਉਹ ਕਹਿੰਦਾ ਜੀ ਕਿੱਥੋਂ ਅਸੀਂ ਇਹਨਾਂ ਚੀਜ਼ਾਂ ਨੂੰ ਜੋੜੀਏ। ਉਹਦੇ ਲਈ ਅਸੀਂ ਇੱਕ ਵਰਡ ਲੈ ਰਹੇ each atom in the given magnetic material it should behave as a magnet। ਅਸੀਂ ਲੈ ਰਹੇ ਕਿ ਵੀ ਆਪਣੇ ਕੋਲ ਕੋਈ ਵੀ ਮਟੀਰੀਅਲ ਲੈ ਲਾ, ਡਾਇਆਮੈਗਨੈਟਿਕ ਆ, ਪੈਰਾਮੈਗਨੈਟਿਕ ਆ, ਫੈਰੋਮੈਗਨੈਟਿਕ ਆ, ਫੈਰੀਮੈਗਨੈਟਿਕ ਆ, ਐਂਟੀ ਪੈਰੋ, ਜਿਹੜਾ ਪੁੱਤ ਮਰਜ਼ੀ ਮਟੀਰੀਅਲ ਲੈ ਲਓ। ਉਹ ਕਹਿੰਦਾ ਹਰ ਮਟੀਰੀਅਲ ਐਟਮਸ ਤੋਂ ਬਣਿਆ, ਤੇ ਜੇ ਹਰ ਮਟੀਰੀਅਲ ਐਟਮਸ ਤੋਂ ਬਣਿਆ ਉਹਨਾਂ ਐਟਮ ਦਾ ਬਿਹੇਵੀਅਰ ਅੰਡਰ ਮੈਗਨੈਟਿਕ ਫੀਲਡ ਡਿਫਰੈਂਟ ਹੋ ਸਕਦਾ, ਪਰ ਆਪਣੇ ਆਪ ਦੇ ਵਿੱਚ ਹਰ ਐਟਮ ਜਿਹੜਾ ਵਾ ਇਟ ਸ਼ੁੱਡ ਬੀ ਏ ਕੰਪਲੀਟ ਮੈਗਨੇਟ। ਤੇ ਜੇ ਹਰ ਐਟਮ ਆਪਣੇ ਆਪ 'ਚ ਇੱਕ ਕੰਪਲੀਟ ਮੈਗਨੇਟ ਆ ਤੇ ਕਿਸੇ ਵੀ ਮੈਗਨੇਟ ਦੀ ਪ੍ਰੋਪਰਟੀ ਆ ਕਿ ਉਹਦੀ ਮੈਗਨੈਟਿਕ ਡਾਈਪੋਲ ਮੂਵਮੈਂਟ ਹੁੰਦੀ ਆ। ਅਸੀਂ ਜਿਹਨੂੰ ਮੈਗਨੇਟ ਮੰਨਾਂਗੇ ਅਸੀਂ ਨਾਲ ਲੈ ਕੇ ਚੱਲਾਂਗੇ ਗੱਲ ਕਿ ਵੀ ਇਹਦੀ ਕੁਛ ਨਾ ਕੁਛ ਮੈਗਨੈਟਿਕ ਡਾਈਪੋਲ ਮੂਵਮੈਂਟ ਹੈਗੀ ਆ। ਉਹ ਕਹਿੰਦਾ ਫਿਰ ਜੇ ਐਟਮ ਮੈਗਨੇਟ ਆ ਤੇ ਐਟਮ ਦੀ ਵੀ ਮੈਗਨੈਟਿਕ ਡਾਈਪੋਲ ਮੂਵਮੈਂਟ ਹੋਏਗੀ। ਉਹ ਕਹਿੰਦਾ ਫਿਰ ਐਟਮ ਦੀ ਮੈਗਨੈਟਿਕ ਡਾਈਪੋਲ ਮੂਵਮੈਂਟ ਕਿੰਨੀ ਹੋਏਗੀ?
ਉਹਦੇ ਲਈ ਅਸੀਂ ਐਸ ਐਚ ਟੌਪਿਕ ਕਿਹੜਾ ਬਣਾਉਣ ਲੱਗੇ, ਟੌਪਿਕ ਦਾ ਨਾਮ ਹੈਗਾ ਬੋਹਰ ਮੈਗਨੀਟੋਨ। ਬਾਅਦ ਚ ਦੱਸੂਗੇ ਇਸ ਵਰਡ ਦਾ ਕੀ ਮੀਨ ਹੈਗਾ, ਬੋਹਰ ਮੈਗਨੀਟੋਨ। ਔਰ ਦੂਜੇ ਪਾਸੇ ਇਸ ਟੌਪਿਕ ਦਾ ਨਾਮ ਹੋਏਗਾ ਮੈਗਨੈਟਿਕ ਡਾਈਪੋਲ ਮੂਵਮੈਂਟ ਆਫ ਰਿਵੋਲਵਿੰਗ ਇਲੈਕਟ੍ਰੋਨ। ਗੱਲ ਸਮਝ ਲੱਗੀ ਜੋ ਦੱਸਦਾ ਪਿਆ ਪੁੱਤ? Yes, sir. ਚਲੋ Yes, sir. ਆਪਣਾ ਟੌਪਿਕ ਜਿਹੜਾ ਉਹਦਾ ਨਾਮ ਲਿਖ ਰਹੇ ਹਾਂ ਜੀ। ਟੌਪਿਕ ਹੈਗਾ ਆਪਣੇ ਕੋਲ ਐਕਸਪ੍ਰੈਸ਼ਨ ਫॉर ਮੈਗਨੈਟਿਕ ਡਾਈਪੋਲ ਮੂਵਮੈਂਟ, expression for magnetic dipole moment of a revolving electron। उन्हें और पाके इसे दा दूसरा नाम जेड़ा दिता, टॉपिक दा नाम बन जांदा expression for बोहर मैग्नीटोन। बोहर मैग्नीटोन दा एक्सप्रेशन बनाओ। बोहर मैग्नीटोन बेसिकली किनू किया गया, मैग्नेटिक डाइपोल मूवमेंट ऑफ वन रिवॉल्विंग इलेक्ट्रॉन। मेरे को एक रिवॉल्विंग इलेक्ट्रॉन होवे, ओदी कितनी मैग्नेटिक डाइपोल मूवमेंट एटम च बनदी आ, ओदा नाम असी शॉर्ट च बोहर मैग्नीटोन कहने हैं। ठीक है, हुण ये टर्म बन के की आन, ਇਹਦੇ ਨਾਲ ਇੱਕ ਟੌਪਿਕ ਜੋੜ ਰਿਹਾ ਜਿਹਦਾ ਨਾਮ ਹੈਗਾ ਐਟਮ ਐਜ਼ ਏ ਮੈਗਨੈਟਿਕ ਡਾਈਪੋਲ। ਉਹ ਤੇ ਟੌਪਿਕ ਇੱਕੋ ਹੀ ਆ ਬੱਚੇ, ਨਾਮ ਇਹਦਾ ਹੋਰ ਬਦਲਦਾ ਪਿਆ। ਇਹਨੂੰ ਅਸੀਂ ਨਾਮ ਦੇਣਾ, ਤੁਸੀਂ ਇਹਨੂੰ ਕਹਿੰਦੇ ਐਟਮ ਐਜ਼ ਏ ਮੈਗਨੈਟਿਕ ਡਾਈਪੋਲ। ਉਹ ਕੀ ਦੱਸਦਾ, ਉਹ ਕਹਿੰਦਾ ਕਿਸੇ ਵੀ ਐਟਮ ਦੇ ਅੰਦਰ ਜੇ ਅਸੀਂ ਚਲੀਏ ਤਾਂ ਅਸੀਂ ਕਹਿੰਦੇ ਜੀ ਐਟਮ ਦੇ ਸੈਂਟਰ 'ਚ ਉਹਦਾ ਨਿਊਕਲੀਅਸ ਆ ਗਿਆ, ਸੈਂਟਰ 'ਚ ਉਹਦਾ ਮੇਰੇ ਕੋਲ ਨਿਊਕਲੀਅਸ ਆ ਗਿਆ, ਤੇ ਇਸ ਨਿਊਕਲੀਅਸ ਦੇ ਅਰਾਊਂਡ ਇਲੈਕਟ੍ਰੋਨ ਜਿਹੜੇ ਆ ਉਹ ਡਿਫਰੈਂਟ ਆਰਬਿਟ 'ਚ ਰਿਵੋਲਵ ਕਰਦੇ ਆ। ਆਪਾਂ ਕੇਸ ਬਣਾਉਣ ਲੱਗੇ ਸਿੰਗਲ ਐਟਮ ਦਾ, ਸਿੰਗਲ ਐਟਮ ਵਿਦ ਸਿੰਗਲ ਇਲੈਕਟ੍ਰੋਨ। ਕਹਿੰਦਾ ਜੀ ਜੇ ਆ ਮੇਰੇ ਕੋਲ ਨਿਊਕਲੀਅਸ ਹੋਵੇ, ਠੀਕ ਹੈ, ਤਾਂ ਅਸੀਂ ਕਹਿੰਦੇ ਇਸ ਨਿਊਕਲੀਅਸ ਦੇ ਅੰਦਰ ਮੇਰੇ ਕੋਲ ਪੋਜ਼ਿਟਿਵ ਚਾਰਜ ਆ, ਤੇ ਇਸ ਨਿਊਕਲੀਅਸ ਦੇ ਅਰਾਊਂਡ ਇਹਦੇ ਤੋਂ ਕੁਝ ਡਿਸਟੈਂਸ ਤੇ, r ਡਿਸਟੈਂਸ ਤੇ, ਠੀਕ ਹੈ, ਇਸ ਫਸਟ ਆਰਬਿਟ ਦੇ ਅੰਦਰ, ਇਸ ਫਸਟ ਆਰਬਿਟ ਦੇ ਅੰਦਰ ਮੇਰਾ ਇੱਕ ਇਲੈਕਟ੍ਰੋਨ ਰਿਵੋਲਵ ਕਰਦਾ ਪਿਆ। ਤਾਂ ਅਸੀਂ ਕਹਿੰਦੇ ਕਿ when the electron is revolving around the nucleus, ठीक है, तो then motion of an electron is equivalent to current। ਅਸੀਂ ਕਹਿੰਦੇ ਰਿਵੋਲਵਿੰਗ ਇਲੈਕਟ੍ਰੋਨ ਆ, ਇਲੈਕਟ੍ਰੋਨ ਜਦੋਂ ਰਿਵੋਲਵ ਕਰਦਾ ਹੈ ਨਾਲ ਇਲੈਕਟ੍ਰੋਨ ਯਾਨੀ ਚਾਰਜ ਮੋਸ਼ਨ ਚ ਆ, ਤੇ whenever the charge is in motion it always produce the current। ਅਸੀਂ ਕਹਿੰਦੇ ਇਹਦਾ ਮਤਲਬ ਰਿਵੋਲਵਿੰਗ ਇਲੈਕਟ੍ਰੋਨ ਕਰੰਟ ਪ੍ਰੋਡਿਊਸ ਕਰਦਾ ਪਿਆ। ਤੇ ਪੁੱਤ ਜੇ ਇਹ ਕਰੰਟ ਬਣਾਉਂਦਾ ਪਿਆ, ਇਹਦਾ ਮਤਲਬ ਆਪਣੇ ਆਪ ਦੇ ਵਿੱਚ ਇਹ ਇੱਕ ਸਰਕੂਲਰ ਲੂਪ ਬਣ ਗਿਆ। Yes, sir. Yes, sir. ਜੇ ਇਹ ਇੱਕ ਸਰਕੂਲਰ ਲੂਪ ਬਣ ਗਿਆ ਤੇ 3rd A ਚੈਪਟਰ ਚ ਅਸੀਂ ਇੱਕ ਟੌਪਿਕ ਪੜਿਆ ਮੈਗਨੈਟਿਕ ਫੀਲਡ ਇੰਟੈਂਸਿਟੀ ਡਿਊ ਟੂ ਸਰਕੂਲਰ ਲੂਪ। ਇਹਦਾ ਮਤਲਬ ਰਿਵੋਲਵਿੰਗ ਇਲੈਕਟ੍ਰੋਨ ਦੇ ਕਰਕੇ, ਇਸ ਰਿਵੋਲਵਿੰਗ ਇਲੈਕਟ੍ਰੋਨ ਦੇ ਕਰਕੇ ਅਸੀਂ ਕਹਿੰਦੇ ਆਪਣੇ ਆਪ ਚ ਇਹ ਐਸ ਐਚ ਜੇ ਇਲੈਕਟ੍ਰੋਨ ਐਂਟੀ ਕਲੌਕਵਾਈਜ਼ ਘੁੰਮਦਾ, ਇਹ ਮਤਲਬ ਇਸ ਸਰਕਲ ਦੇ ਅੰਦਰ ਅਸੀਂ ਕਹਿੰਦੇ ਕਰੰਟ ਕਲੌਕਵਾਈਜ਼ ਆ। ਇਹ ਮਤਲਬ ਜਦੋਂ ਕਿਸੇ ਸਰਕੂਲਰ ਕੁਆਇਲ ਚ ਕਰੰਟ ਘੁੰਮਦਾ ਪਿਆ ਕਲੌਕ ਔਰ ਐਂਟੀ ਕਲੌਕਵਾਈਜ਼, ਤੇ ਵੀ ਸੈਡ this should behave as a magnet। ਜੇ ਕਲੌਕਵਾਈਜ਼ ਘੁੰਮਦਾ ਪਿਆ ਫਰੰਟ ਫੇਸ ਤੋਂ ਤਾਂ ਅਸੀਂ ਕਿਹਾ ਸੀ ਇੱਥੇ ਅਸੀਂ ਸਾਊਥ ਪੋਲ ਟ੍ਰੀਟ ਕਰਦੇ ਆ, ਤੇ ਜੇ ਇਹ ਮੇਰੇ ਕੋਲ ਫਰੰਟ ਫੇਸ ਤੋਂ ਕਰੰਟ ਐਂਟੀ ਕਲੌਕਵਾਈਜ਼ ਘੁੰਮਦਾ ਹੋਇਆ ਤਾਂ ਅਸੀਂ ਕਹਿੰਦੇ ਜੀ ਇੱਥੇ ਮੈਗਨੇਟ ਦਾ ਨਾਰਥ ਪੋਲ ਟ੍ਰੀਟ ਕਰਦੇ ਆ। ਕਿਆ ਅਗਲਾ ਸਮੇਂ ਲੱਗ ਰਹੀਆਂ? Yes, sir. ਹੁਣ ਇਹੀ ਵਰਡ ਬੇਟਾ, ਇਹੀ ਸੇਮ ਵਰਡ ਅਸੀਂ ਇੱਥੇ ਯੂਜ਼ ਕਰਦੇ ਪਏ ਕਿ ਜਦੋਂ ਇਲੈਕਟ੍ਰੋਨ ਅਰਾਊਂਡ ਦਾ ਨਿਊਕਲੀਅਸ ਰਿਵੋਲਵ ਕਰਦਾ ਤੇ motion of a electron will equivalent motion of electron is equivalent to ਕਹਿੰਦਾ ਜੀ ਕਰੰਟ। ਉਹ ਕਹਿੰਦਾ ਫਿਰ ਜੇ ਇਹ ਕਰੰਟ ਕੈਰਿੰਗ ਕੁਆਇਲ ਬਣ ਗਈ ਤੇ ਅਸੀਂ ਕਹਿੰਦੇ ਕਰੰਟ ਕੈਰਿੰਗ ਕੁਆਇਲ ਜਦੋਂ ਕਰੰਟ ਪ੍ਰੋਡਿਊਸ ਕਰਦੀ ਆ ਤੇ ਇਟ ਮੀਨਸ ਉਹ ਆਪਣੇ ਅਰਾਊਂਡ ਮੈਗਨੈਟਿਕ ਫੀਲਡ ਬਣਾਉਂਦੀ, ਤੇ ਮੈਗਨੈਟਿਕ ਫੀਲਡ ਹਮੇਸ਼ਾ ਕਿਸੇ ਮੈਗਨੇਟ ਦਾ ਹੁੰਦਾ, ਤੇ ਜਿਹੜੀ ਮੈਗਨੇਟ ਹੋਏ ਉਹਦੀ ਮੈਗਨੈਟਿਕ ਡਾਈਪੋਲ ਮੂਵਮੈਂਟ ਵੀ ਹੁੰਦੀ ਆ। ਕਿਆ ਆ ਗੱਲਾਂ ਸਮਝ ਲੱਗ ਰਹੀਆਂ ਜੋ ਦੱਸਦੇ ਆ? Yes, sir. Yes, sir. ਹੁਣ ਮੈਥਮੈਟੀਕਲ ਸ਼ੁਰੂ ਕਰ ਰਹੇ ਹਾਂ। ਉਹਨੇ ਕਿਹਾ ਜੀ ਫਿਰ ਜੇ ਇਲੈਕਟ੍ਰੋਨ ਰਿਵੋਲਵਿੰਗ ਇਲੈਕਟ੍ਰੋਨ ਸਰਕੂਲੇਟਿੰਗ ਕਰੰਟ ਦੇ ਇਕੁਇਵਲੈਂਟ ਆ, ਤੇ ਸਰਕੂਲੇਟਿੰਗ ਕਰੰਟ ਕੈਰਿੰਗ ਕੁਆਇਲ ਜਿਹੜੀ ਉਹ ਆਪਣਾ ਮੈਗਨੈਟਿਕ ਫੀਲਡ ਬਣਾਉਂਦੀ, ਤੇ ਉਹਦੇ ਮੈਗਨੈਟਿਕ ਫੀਲਡ ਦੇ ਕਰਕੇ ਅਸੀਂ ਕਹਿੰਦੇ ਜੀ ਇਹ ਮੈਗਨੇਟ ਬਣ ਗਈ, ਤੇ ਇਹਦੀ ਮੈਗਨੈਟਿਕ ਡਾਈਪੋਲ ਮੂਵਮੈਂਟ ਕਿੰਨੀ ਉਹ ਲਿਖੀਏ। we know that magnetic dipole moment
magnetic dipole moment of a revolving electron is given by magnetic dipole moment ਦਾ ਫਾਰਮੂਲਾ ਬੋਲੋ ਜੀ ਕੀ ਸੀਗਾ m ਦਾ ਕੀ ਫਾਰਮੂਲਾ ਸੀ IA IA ठीक है पूरा लिखा ते आपा कैसे जी NIA N ਸੀਗਾ ਨੰਬਰ ਆਫ ਸਰਕੂਲਰ ਟਰਨ I ਸੀਗਾ ਕਰੰਟ ਤੇ A ਏਰੀਆ ਇਸ ਵੇਲੇ ਅਸੀਂ ਇੱਕ ਸਿੰਗਲ ਰਿਵੋਲਵਿੰਗ ਇਲੈਕਟ੍ਰੋਨ ਲੈਣੇ ਪਏ ਆ ਯਾਨੀ ਇੱਥੇ N ਦੀ ਵੈਲਿਊ ਆਪਣੇ ਕੋਲ 1 ਵਾ N 1 ਵਾ ਤੇ ਕਰੰਟ ਹੁੰਦਾ ਚਾਰਜ ਬਾਈ ਟਾਈਮ ਚਾਰਜ ਨੂੰ ਲਿਖਣਾ ਹੋਵੇ ਤੇ ਚਾਰਜ ਨੂੰ ਅਸੀਂ NE ਲਿਖ ਦਾਂਗੇ NE/T ठीक है नंबर ऑफ इलेक्ट्रॉन ਅਸੀਂ ਸਿੰਪਲੈਸਟ ਕੇਸ ਦੇ ਅੰਦਰ 1 ਰੱਖਿਆ ਵਾ ਯਾਨੀ ਆਪਣੇ ਕੋਲ ਇਸ ਮੂਵਮੈਂਟ ਤੇ ਇੱਥੇ ਨੰਬਰ ਆਫ ਇਲੈਕਟ੍ਰੋਨ 1 ਆ ਗਏ ਯਾਨੀ ਕਰੰਟ ਦਾ ਫਾਰਮੂਲਾ E/T ਬਣ ਗਿਆ ਇਹ ਮੇਰੇ ਕੋਲ ਹੈਗਾ ਇਸ ਸਰਕੂਲਰ ਕੋਇਲ ਦਾ ਜਿਹੜਾ ਰੇਡੀਅਸ ਆ ਉਹਦੇ ਬੇਸ ਤੇ ਏਰੀਆ ਲਿਖ ਦੋ ਤੇ ਏਰੀਆ ਲਿਖਾਂ ਤੇ ਏਰੀਆ ਹੋ ਗਿਆ ਪਾਈ r²। ਇਹ ਸਾਰੇ ਵੇਰੀਏਬਲ ਲੈ ਕੇ ਮੈਗਨੈਟਿਕ ਡਾਈਪੋਲ ਮੂਵਮੈਂਟ ਡਿਫਾਈਨ ਕਰੋ ਤੇ देयरफॉर ਸਾਡੇ ਕੋਲ ਮੈਗਨੈਟਿਕ ਡਾਈਪੋਲ ਮੂਵਮੈਂਟ ਆ ਜਾਏਗੀ 1 into E/T into pi r²। क्या इतनी गल क्लियर आ Yes, sir. चलो ਹੁਣ ਅਸੀਂ ਇਹ ਕਹਿ ਰਹੇ ਹਾਂ ਕਿ ਜਦੋਂ ਇਲੈਕਟ੍ਰੋਨ ਬੇਟਾ ਇੱਥੇ ਰਿਵੋਲਵ ਕਰਦਾ ਪਿਆ ਤੇ ਆ ਸੈਂਟਰ 'ਚ ਉਹਦਾ ਐਕਸਿਸ ਆਫ ਰੋਟੇਸ਼ਨ ਆ ਜਿਹਦੇ ਅਬਾਊਟ ਮੇਰਾ ਇਲੈਕਟ੍ਰੋਨ ਇੱਥੇ ਘੁੰਮਦਾ ਪਿਆ ਤੇ ਜਦੋਂ ਇਲੈਕਟ੍ਰੋਨ ਆਪਣੇ ਗਿਵਨ ਆਰਬਿਟ ਦੇ ਅੰਦਰ ਘੁੰਮਦਾ ਪਿਆ ਹਨਾ ਅਸੀਂ ਕਹਿੰਦੇ ਐਂਗੂਲਰ ਉਹਦੀ ਜਿਹੜੀ ਇਲੈਕਟ੍ਰੋਨ ਦੀ ਰਿਵੋਲਵ ਕਰਨ ਦੀ ਐਂਗੂਲਰ ਵੈਲੋਸਿਟੀ ਆ ਉਹ ਓਮੇਗਾ ਵਾ ਤੇ ਇਲੈਕਟ੍ਰੋਨ ਨੂੰ ਆਪਣਾ ਇੱਕ ਸਰਕਲ ਕੰਪਲੀਟ ਕਰਨ ਲਈ ਜਿੰਨਾ ਟਾਈਮ ਲੱਗਦਾ ਉਹਨੂੰ ਟਾਈਮ ਪੀਰੀਅਡ ਕਹਿੰਦੇ ਤੇ ਜੇ ਇਹਨਾਂ ਵੇਰੀਏਬਲਸ ਨਾ ਮੈਂ ਤੇ t ਦੀ ਵੈਲਿਊ ਭਰਨੀ ਹੋਵੇ ਤੇ ਆਪਾਂ ਇੱਥੇ ਆਊਟਪੁੱਟ ਕਰ ਸਕਦੇ ਹੇਅਰ ਓਮੇਗਾ ਇਕੁਅਲ ਟੂ 2 π/t ਟਾਈਮ ਪੀਰੀਅਡ ਨੂੰ ਸਮਾਲ t ਨਾਲ ਹੀ ਲਿਖ ਕੇ ਚੱਲਦਾ ਪਿਆ ਇਸ ਵੇਲੇ ਇਹ ਤੋਂ t ਲਿਖ ਦਈਏ ਤੇ t ਦੀ ਵੈਲਿਊ 2 π/ω ਆ ਪੁੱਟ ਅਪ ਕਰੋ ਇਸ ਰਿਲੇਸ਼ਨ ਚ ਠੀਕ ਹੈ ਜੀ ਤੇ देयरफॉर ਸਾਡੇ ਕੋਲ ਮੈਗਨੈਟਿਕ ਡਾਈਪੋਲ ਮੂਵਮੈਂਟ ਆ ਗਈ E into pi r² over 2 pi into omega ਇਹਦੇ ਵਿੱਚੋਂ ਤੁਹਾਡੇ ਕੋਲ s ਵਿੱਚ pi ਕੈਨਸਲ ਹੋ ਕੇ ਮੈਗਨੈਟਿਕ ਡਾਈਪੋਲ ਮੂਵਮੈਂਟ ਦਾ ਫਾਰਮੂਲਾ ਆ ਗਿਆ ਹਾਫ E omega into r²। ਅਗਲਾ ਸਟੈਪ ਸਮਝਣ ਵਾਲਾ ਹੋਏਗਾ ਤੁਹਾਡੇ क्या इन्हीं गल पहलो क्लियर है Yes, sir. ਉਹ ਤਾਂ ਸਾਰਿਆਂ ਨੂੰ ਸਮਝ ਲੱਗਦੀ ਪਈ ਇੰਨੀ ਗੱਲ Yes, sir. Yes, sir. Yes, sir. Yes, sir. ਹੁਣ ਅੱਗੇ ਗੱਲ ਸਮਝੋ ਆਪਾਂ ਬੋਹਰ ਮੈਗਨੀਟੋਨ ਵਾਲਾ ਵਰਡ ਕਿੱਥੋਂ ਜਾ ਕੇ ਜੋੜਨ ਲੱਗੇ ਬੱਚੇ ਤੁਸੀਂ ਕੈਮਿਸਟਰੀ ਚ ਇੱਕ ਚੀਜ਼ ਪੜ੍ਹੀ ਆ ਆਪਾਂ ਅੱਗੇ ਜਾ ਕੇ ਕਰਾਂਗੇ ਵੀ ਮਾਡਲ ਆਫ ਐਟਮ ਅਸੀਂ ਕਹਿੰਦੇ ਐਟਮ ਦੀ ਜਦੋਂ ਅਸੀਂ ਸਟੱਡੀ ਕਰਨੀ ਸ਼ੁਰੂ ਕੀਤੀ ਤਾਂ ਅਸੀਂ ਸਭ ਤੋਂ ਪਹਿਲਾਂ ਇਹਦਾ ਇੱਕ ਮਾਡਲ ਪ੍ਰਪੋਜ਼ ਕੀਤਾ ਜਿਹਨੂੰ ਕਹਿੰਦੇ ਥਾਮਸਨ ਮਾਡਲ ਜਿਹਨੂੰ ਪਲਮ ਪੁਡਿੰਗ ਮਾਡਲ ਜਾਂ ਵਾਟਰਮੈਲਨ ਮਾਡਲ ਕੁਝ ਵੀ ਨਾਮ ਦੇ ਦਈਏ ਉਸ ਮਾਡਲ ਦੇ ਅੰਦਰ ਕੁਝ ਕਮੀਆਂ ਕੱਢੀਆਂ ਰਦਰਫੋਰਡ ਨੇ ਤੇ ਫਿਰ ਮੁੜ ਕੇ ਸਾਡੇ ਕੋਲ ਰਦਰਫੋਰਡ ਦਾ ਐਟੋਮਿਕ ਮਾਡਲ ਆ ਗਿਆ ਠੀਕ ਹੈ ਰਦਰਫੋਰਡ ਦੇ ਐਸਐਚ ਮਾਡਲ ਦੇ ਵਿੱਚੋਂ ਠੀਕ ਹੈ ਜੀ ਕੁਝ ਲਿਮਿਟੇਸ਼ਨ ਜਿਹੜੀਆਂ ਸੀਗੀਆਂ ਉਹ ਬੋਹਰ ਨੇ ਫਾਈਂਡ ਆਊਟ ਕੀਤੀਆਂ ਬੋਹਰ ਨੇ ਐਸਐਚ ਜਿਹੜੀਆਂ ਉਹਦੀਆਂ ਡਿਫਰੈਂਟ ਲਿਮਿਟੇਸ਼ਨ ਸੀਗੀਆਂ ਉਹਨਾਂ ਵਿੱਚ ਉਹਨੇ ਉਹਨਾਂ ਲਿਮਿਟੇਸ਼ਨਸ ਨੂੰ ਐਕਸਪਲੇਨ ਕਰਨ ਲੱਗੇ ਇੱਕ ਬੋਹਰ ਦਾ ਸੈਕੰਡ ਪੋਸਟੂਲੇਟ ਬਣਾਇਆ ਗੱਲ ਸਮਝੋ ਧਿਆਨ ਨਾਲ ਤੁਹਾਡੇ ਸਮਝਣ ਵਾਲੀ ਆ ਠੀਕ ਹੈ ਜਿਹੜਾ ਅਗਲਾ ਸਟੈਪ ਆ ਉਹ ਇਸ ਲਾਈਨ ਨਾਲ ਲਿੰਕ ਹੈ ਜੋ ਦੱਸਦਾ ਪਿਆ ਜੇ ਮੈਂ ਬੋਹਰ ਥਿਊਰੀ ਆਫ ਹਾਈਡਰੋਜਨ ਐਟਮ ਲੈ ਕੇ ਚੱਲਾਂ ਤੇ ਬੋਹਰ ਨੇ ਆਪਣੀ ਹਾਈਡਰੋਜਨ ਐਟਮ ਦੀ ਥਿਊਰੀ ਦੇ ਵਿੱਚ 3 ਮੇਨ ਪੁਆਇੰਟ ਲਿਖੇ ਆ ਉਹਨੇ ਫਸਟ ਪੁਆਇੰਟ ਇਹ ਕਿਹਾ ਕਿ when the electron is revolving around the nucleus then electron always require some centripetal force and centripetal force required by electron is provided by the nucleus force of attraction यानी इधर कहते हैं ना electrostatic force of attraction between nucleus and electron सिंपल लैंग्वेज बोला तो कह दूंगा कि इलेक्ट्रॉन जो उन्हें क्या कि अराउंड द न्यूक्लियस सर्कुलेट करेगा मूव करेगा ना ते इलेक्ट्रॉन ਨੂੰ ਸੈਂਟਰੀਪੀਟਲ ਫੋਰਸ ਚਾਹੀਦੀ ਹੈ ਤੇ ਜੇ ਇਲੈਕਟ੍ਰੋਨ ਨੂੰ ਸੈਂਟਰੀਪੀਟਲ ਫੋਰਸ ਚਾਹੀਦੀ ਕਹਿੰਦਾ ਕੌਣ ਦੇਗਾ ਤਾਂ ਅਸੀਂ ਕਿਹਾ ਜੀ ਜਿਹੜੀ ਨਿਊਕਲੀਅਸ ਤੇ ਇਲੈਕਟ੍ਰੋਨ ਦੇ ਵਿੱਚ ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ ਹੋਏਗੀ ਇਹ ਉਹਨੂੰ ਇਲੈਕਟ੍ਰੋਨ ਨੂੰ ਸੈਂਟਰੀਪੀਟਲ ਫੋਰਸ ਦਿੰਦੀ ਹੈ ਕਿ ਫਸਟ ਪੁਆਇੰਟ ਉਹਦਾ ਜਾਂ ਫਸਟ ਪੋਸਟੂਲੇਟ ਸਮਝ ਆਇਆ Yes, sir. Yes, sir. Yes, sir. चलो
ਸੈਕੰਡ ਪੋਸਟੂਲੇਟ ਜਿਹੜਾ ਆਪਾਂ ਨੂੰ ਇੱਥੇ ਲੋਡ ਪੈਣੀ, ਉਹਨੇ ਕਿਹਾ ਕਿ ਵੀ ਜਦੋਂ ਇਹਨੂੰ ਅਸੀਂ ਨਾਮ ਦਿੰਨੇ, ਕਹਿੰਦਾ ਜੀ ਅਸੀਂ ਕਹਿੰਦੇ ਕਿ ਵੀ ਜਿਹੜਾ ਸੈਕੰਡ ਮੇਰੇ ਕੋਲ ਲਾਅ ਹੈਗਾ ਇਹ ਐਸ ਸੱਚ ਬੋਹਰ ਥਿਊਰੀ ਦੇ ਵਿੱਚ ਇੱਕ ਵਰਡ ਆਂਦਾ ਬੇਟਾ ਸਟੇਸ਼ਨਰੀ ਆਰਬਿਟ ਜਾਂ ਸਟੇਬਲ ਆਰਬਿਟ। ਉਹਨੇ ਐਸ ਸੱਚ ਕਿੱਥੇ ਜਾ ਕੇ ਇਹ ਗੱਲ ਜੋੜੀ, ਮੈਂ ਕੁਝ ਚੀਜ਼ਾਂ ਜੁੜਦੀਆਂ ਇੱਕ ਵਾਰੀ ਜੋੜਦਾ ਤੁਹਾਨੂੰ ਫਿਰ ਕਲੀਅਰ ਹੋ ਜਾਏਗੀ ਚੀਜ਼। ਅਸੀਂ ਜਦੋਂ ਰਦਰਫੋਰਡ ਦਾ ਮਾਡਲ ਲੈਨੇ ਨਾ ਤੇ ਰਦਰਫੋਰਡ ਦੇ ਮਾਡਲ 'ਚ ਸਾਰਾ ਕੁਝ ਸਹੀ ਸੀਗਾ, ਇੱਕ ਕਮੀ ਸੀਗੀ ਉਹਦੀ ਸਭ ਤੋਂ ਵੱਡੀ। ਰਦਰਫੋਰਡ ਨੇ ਜਦੋਂ ਐਸਐਚ ਕਿਹਾ ਕਿ ਵੀ ਇਲੈਕਟ੍ਰੋਨ ਵਿਲ ਰਿਵੋਲਵ ਅਰਾਊਂਡ ਦਾ ਨਿਊਕਲੀਅਸ, ਉਹਨੇ ਨਹੀਂ ਕਿਹਾ ਕਿ ਇਲੈਕਟ੍ਰੋਨ ਸਰਕੂਲਰ ਆਰਬਿਟ 'ਚ ਘੁੰਮਦਾ, ਉਹਨੇ ਕਿਹਾ ਕਿ ਜਦੋਂ ਇਲੈਕਟ੍ਰੋਨ ਅਰਾਊਂਡ ਦਾ ਨਿਊਕਲੀਅਸ ਘੁੰਮਦਾ ਨਾ continuously it radiate energy, it release energy, and after releasing the energy electron will always कहना जी come into the lower orbit। मतलब आ चीज जे आ न्यूक्लियस होएगा ਉਹਦੇ ਅਕੋਰਡਿੰਗਲੀ ਸੀਗਾ ਕਿ ਜੇ ਇਲੈਕਟ੍ਰੋਨ ਇਸ ਆਰਬਿਟ 'ਚ ਘੁੰਮਦਾ ਪਿਆ, ਇਸ ਆਰਬਿਟ 'ਚ ਇਲੈਕਟ੍ਰੋਨ ਘੁੰਮਦਾ એનર્ਜੀ ਲੂਜ਼ ਕਰੀ ਜਾ ਰਿਹਾ, ਔਰ એનર્ਜੀ ਲੂਜ਼ ਕਰਨ ਕਰਕੇ ਹਰ ਵਾਰੀ ਉਹ ਆਪਣੇ ਤੋਂ ਛੋਟੇ ਆਰਬਿਟ ਦੇ ਵਿੱਚ ਕਹਿੰਦਾ ਜੀ ਜਾਈ ਜਾਂਦਾ, ਤੇ ਹਰ ਵਾਰੀ ਜਦੋਂ ਆਪਣੇ ਤੋਂ ਛੋਟੇ ਆਰਬਿਟ 'ਚ ਜਾਂਦਾ ਉਹ ਕਹਿੰਦਾ ਫਾਈਨਲੀ ਇਲੈਕਟ੍ਰੋਨ ਵਿਲ ਫਾਲ ਇਨਟੂ ਦਾ ਨਿਊਕਲੀਅਸ। ਠੀਕ ਆ, ਜਿਹਦੇ ਕਰਕੇ ਅਸੀਂ ਕਹਿੰਦੇ ਜੀ ਇਹ ਅਨਸਟੇਬਲ ਆਰਬਿਟਸ ਨੇ। ਠੀਕ ਹੈ, ਤੇ ਬੋਹਰ ਨੇ ਐਸ ਸੱਚ ਇਸ ਦੇ ਵਿੱਚ ਹੁਣ ਕਿਉਂ ਸੀਗਾ ਸਾਰੀ ਗੱਲ ਰਦਰਫੋਰਡ ਨੇ ਗਈ, ਉਹ ਹਜੇ ਵਿੱਚ ਆਪਾਂ ਗੱਲਾਂ ਨਹੀਂ ਛੇੜਾਂਗੇ, ਹਜੇ ਸਿਰਫ ਇੰਨੀ ਗੱਲ ਲੈਣ ਲੱਗੇ ਕਿ ਵੀ ਬੋਹਰ ਨੇ ਇਸ ਚੀਜ਼ ਦੀ ਐਕਸਪਲੇਨੇਸ਼ਨ ਜਿਹੜੀ ਆ, ਠੀਕ ਹੈ मैं कुछ वर्ड दे नाम लेना, मैं दसियो तुसी पढ़े लाइमन सीरीज, बाल्मर सीरीज, पैस्चन ब्रैकेट फंड सीरीज, वर्ड सुने या? Yes, sir. ठीक है, लाइमन सीरीज जिदा, ठीक है जी, वो बेसिकली सीरीज किनू क्या कुछ एक रेडिएशन दे ग्रुप नु। रदरफोर्ड ने कहा कि जदों एटम अराउंड द न्यूक्लियस मूव करदा ना ये कंटीन्यूअसली एनर्जी लूज करदा, और जेडी ये एनर्जी लूज करदा दो ऑर्बिट दे विचों ਉਹ એનર્ਜੀ ਐਸ ਸੱਚ ਰੇਡੀਏਸ਼ਨ ਬਣ ਕੇ ਇਥੋਂ ਨਿਕਲਦੀ, ਤੇ ਇਹਨਾਂ ਰੇਡੀਏਸ਼ਨ ਨੂੰ ਉਹਨੇ ਰਦਰਫੋਰਡ ਨੇ ਨਾਮ ਦਿੱਤਾ ਕਿ ਵੀ ਇਹ ਲਾਈਮਨ ਰੇਡੀਏਸ਼ਨ ਆ, ਬਾਲਮਰ ਰੇਡੀਏਸ਼ਨ ਆ, ਇਸ ਲਈ ਇਹ એનર્ਜੀ ਲੂਜ਼ ਕਰੀ ਜਾਂਦਾ ਤੇ ਇਲੈਕਟ੍ਰੋਨ ਆਪਣਾ ਸਪਾਇਰਲ ਆਰਬਿਟ ਬਣਾ ਕੇ ਫਾਈਨਲੀ ਨਿਊਕਲੀਅਸ 'ਚ ਡਿੱਗ ਜਾਂਦਾ। ਤੇ ਬੋਹਰ ਨੇ ਇਹਦੀ ਐਸ ਸੱਚ ਇਸ ਕਮੀ ਨੂੰ ਦੂਰ ਕੀਤਾ। ਉਹ ਕਹਿੰਦਾ ਕਿ ਵੀ ਤੂੰ ਇਹ ਗਲਤ ਕਹਿਣਾ ਪਿਆ, ਇਦਾਂ ਨਹੀਂ ਹੁੰਦਾ ਪਿਆ, ਲਾਈਮਨ ਰੇਡੀਏਸ਼ਨ ਬਾਲਮਰ ਰੇਡੀਏਸ਼ਨ ਇਦਾਂ ਨਹੀਂ ਬਣਦੀਆਂ ਪਈਆਂ ਜਿਹਦੀ ਐਕਸਪਲੇਨੇਸ਼ਨ ਤੂੰ ਦੇ ਰਿਹਾ। ਉਹਨੇ ਕਿਹਾ ਜੀ ਕਿ ਵੀ ਉਹਦੀ ਐਕਸਪਲੇਨੇਸ਼ਨ ਕੁਝ ਹੋਰ ਆ, ਉਹ ਥਰਡ ਪੋਸਟੂਲੇਟ ਆ, ਉਹਦੀ ਗੱਲ ਨਹੀਂ ਜੋੜਾਂਗਾ। ਉਹਨੇ ਕਿਹਾ ਕਿ ਵੀ ਇੱਥੇ ਜਿਹੜੇ ਆਰਬਿਟ 'ਚ ਇਲੈਕਟ੍ਰੋਨ ਘੁੰਮਦਾ ਨਾ, ਇਲੈਕਟ੍ਰੋਨ ਇਸ ਵੇ ਨਾਲ ਕਦੀ ਨਹੀਂ ਰਿਵੋਲਵ ਕਰਦਾ। ਇਲੈਕਟ੍ਰੋਨ whenever revolve around the nucleus, electron always revolve in certain stationary orbit। stationary orbit word ਇਸ ਲਈ ਆਇਆ ਕਿ ਇੱਕ ਫਿਕਸਡ ਰੇਡੀਅਸ ਦਾ ਆਰਬਿਟ ਹੋਏਗਾ। ਉਹ ਕਹਿੰਦਾ ਜੀ ਇਲੈਕਟ੍ਰੋਨ will revolve only in those certain stationary orbits in which angular momentum of a revolving electron, ਤੁਹਾਡੇ ਸਮਝਣ ਵਾਲੀ ਟਰਮ ਆ, in which angular momentum of a revolving electron it should be an integral multiple of ਕਹਿੰਦਾ ਜੀ some basic term। ਮੈਂ ਜੋ ਬੋਲਿਆ ਉਹਦਾ ਮਤਲਬ ਕੱਢਾਂ ਤੇ ਇਹ ਕਹੂੰਗਾ ਕਿ ਜੇ ਮੈਂ ਆ ਕਹਾਂ ਇਸ ਨਿਊਕਲੀਅਸ ਦੇ ਅਰਾਊਂਡ ਆ ਮੇਰੇ ਕੋਲ ਡਿਫਰੈਂਟ ਆਰਬਿਟ ਆ, ਤੇ ਇਹਨਾਂ ਸਾਰੇ ਆਰਬਿਟ ਦੇ ਵਿੱਚ ਇਲੈਕਟ੍ਰੋਨ ਰਿਵੋਲਵ ਕਰਦੇ ਆ, ਸਾਰੇ ਆਰਬਿਟ 'ਚ ਇਲੈਕਟ੍ਰੋਨ ਹੋਊਗੇ? ਕਹਿੰਦਾ ਨਹੀਂ ਹੋਊਗੇ। ਇਹਨਾਂ ਵਿੱਚੋਂ ਅਸੀਂ ਐਸ ਸੱਚ ਮੇਜਰ ਕਰਾਂਗੇ ਜਿੱਥੇ ਮੈਨੂੰ ਲੱਗਦਾ ਰਿਵੋਲਵਿੰਗ ਇਲੈਕਟ੍ਰੋਨ ਹੈਗਾ ਅਰਾਊਂਡ ਦਾ ਨਿਊਕਲੀਅਸ, ਉਸ ਆਰਬਿਟ ਦੇ ਅੰਦਰ ਤੁਸੀਂ ਇਲੈਕਟ੍ਰੋਨ ਦਾ ਐਂਗੂਲਰ ਮੋਮੈਂਟਮ ਕੱਢੋ। ਇਸ ਆਰਬਿਟ ਦੇ ਅੰਦਰ ਇਲੈਕਟ੍ਰੋਨ ਦਾ ਐਂਗੂਲਰ ਮੋਮੈਂਟਮ ਕੱਢੋ। ਜੇ ਉਹ ਐਂਗੂਲਰ ਮੋਮੈਂਟਮ ਇੱਕ ਫਿਕਸਡ ਵੈਲਿਊ ਦੇ ਮਲਟੀਪਲ 'ਚ ਹੋਇਆ, ਫਿਰ ਅਸੀਂ ਕਹਾਂਗੇ ਕਿ ਇਲੈਕਟ੍ਰੋਨ ਇਸ ਸਟੇਸ਼ਨਰੀ ਆਰਬਿਟ ਦੇ ਵਿੱਚ ਰਿਵੋਲਵ ਕਰਦਾ ਪਿਆ। ਇਹ ਬੋਹਰ ਦਾ ਸੈਕੰਡ ਪੋਸਟੂਲੇਟ ਆ ਜਿਹਦੀ ਲੋੜ ਆਪਾਂ ਨੂੰ ਇੱਥੇ ਪੈਣੀ ਹੈ ਬੇਟਾ। ਮੈਂ ਇਸ ਲਾਈਨ ਨੂੰ ਇੱਕ ਵਾਰੀ ਲਾਸਟ ਟਾਈਮ ਕਨਕਲੂਡ ਕਰ ਰਿਹਾ। ਅਕੋਰਡਿੰਗ ਟੂ ਬੋਹਰ, ਠੀਕ ਹੈ, when the electron is revolving around the nucleus either in first orbit, second, ਜਿਹੜੇ ਵੀ orbit 'ਚ, in that orbit if angular momentum of a revolving electron it should be an integral multiple of h by 2 pi, ਇੱਕ ਸਟੈਂਡਰਡ ਕਾਂਸਟੈਂਟ ਆ h by 2 pi। ਕਹਿੰਦਾ ਜੀ ਜੇ ਤੁਹਾਡੇ ਰਿਵੋਲਵਿੰਗ ਇਲੈਕਟ੍ਰੋਨ ਦਾ ਐਂਗੂਲਰ ਮੋਮੈਂਟਮ h by 2 pi ਦੇ ਮਲਟੀਪਲ ਚ ਆਂਦਾ ਹੋਏਗਾ ਉਸ ਆਰਬਿਟ ਦੇ ਅੰਦਰ, only in that case ਕਹਿੰਦਾ ਜੀ this orbit is permissible, ਫਿਰ ਹੀ ਇਹ ਆਰਬਿਟ ਨੂੰ ਪਰਮਿਸ਼ਨ ਆ, ਅਸੀਂ ਮੰਨਦੇ ਕਿ ਵੀ ਇਹ ਆਰਬਿਟ ਐਗਜ਼ਿਸਟ ਕਰੇਗਾ। ਕਿਆ ਇੰਨੀ ਗੱਲ ਸਮਝ ਲੱਗੀ?
Yes, sir. ਹੁਣ ਗੱਲ ਇਹ ਹੈਗੀ ਕਿ ਵੀ ਇਹਨੂੰ ਆਪਾਂ ਕਿਉਂ ਜੋੜਿਆ, ਉਹਦਾ ਪੁੱਤ ਰੀਜ਼ਨ ਇਹ ਆ ਕਿ ਅਸੀਂ ਜੇ ਇਹ ਲਈਏ ਕਿ ਇਲੈਕਟ੍ਰੋਨ ਇਸ ਵੇਲੇ ਅਰਾਊਂਡ ਦਾ ਨਿਊਕਲੀਅਸ ਮੂਵ ਕਰਦਾ ਪਿਆ r ਰੇਡੀਅਸ ਤੇ, ਠੀਕ ਹੈ। ਇਲੈਕਟ੍ਰੋਨ ਜਿਹੜੇ ਆਰਬਿਟ ਚ ਮੂਵ ਕਰਦਾ, ਇੱਥੇ ਉਹਦੀ ਵੈਲੋਸਿਟੀ ਅਲੋਂਗ ਦਾ ਟੈਂਜੈਂਟ v ਹੋ ਗਈ, ਇਲੈਕਟ੍ਰੋਨ ਦਾ ਮਾਸ m ਹੋ ਗਿਆ, ਤੇ ਜੇ ਮੈਂ ਐਸ ਐਚ mv ਇਲੈਕਟ੍ਰੋਨ ਦਾ ਲੀਨੀਅਰ ਮੋਮੈਂਟਮ ਲਵਾਂ ਤੇ ਉਹਨੂੰ ਇਸ r ਨਾਲ ਮਲਟੀਪਲਾਈ ਕਰਾਂ ਤੇ ਮੇਰੇ ਕੋਲ ਇਲੈਕਟ੍ਰੋਨ ਦਾ ਐਂਗੂਲਰ ਮੋਮੈਂਟਮ ਆਜੂ। Yes, sir. ਜਿਨ੍ਹਾਂ ਦੀ ਕਲਾਸ ਆ ਸਿਰਫ ਇੱਕ ਅੱਧੇ ਮਿੰਟ ਚ ਮੈਂ ਖਤਮ ਕਰ ਰਿਹਾ, ਠੀਕ ਹੈ ਜੀ। ਗੱਲ ਨੂੰ ਬਾਕੀ ਕੱਲ ਨੂੰ ਕੰਟੀਨਿਊ ਕਰ ਲਾਂਗੇ, ਸਿਰਫ ਇਹ ਤੋਂ ਸਮਝ ਲਓ ਲਾਸਟ ਸਟੈਪ ਤੇ ਕੱਲ ਨੂੰ ਇਹਨੂੰ ਕੰਟੀਨਿਊ ਕਰਾਂਗੇ। ਸੋ ਆ ਜਿਹੜੀ ਮੈਗਨੈਟਿਕ ਡਾਈਪੋਲ ਮੂਵਮੈਂਟ ਦੀ ਆਪਾਂ ਵੈਲਿਊ ਲਿਖੀ ਨਾ, ਇਹਨੂੰ ਉਹਨੇ ਕਨਵਰਟ ਕੀਤਾ ਐਂਗੂਲਰ ਮੋਮੈਂਟਮ ਦੀ ਹੈਲਪ ਨਾਲ। ਉਹਦੇ ਲਈ ਉਹਨੇ ਕੀ ਆਪਾਂ ਨੂੰ ਕੰਡੀਸ਼ਨ ਦਿੱਤੀ, ਕਹਿੰਦਾ ਜੀ ਅਕੋਰਡਿੰਗ ਟੂ ਬੋਵਰਸ, ਠੀਕ ਹੈ, ਇਲੈਕਟ੍ਰੋਨ ਦਾ ਐਂਗੂਲਰ ਮੋਮੈਂਟਮ ਕਿਹਾ ਜਾਂਦਾ ਲੀਨੀਅਰ ਮੋਮੈਂਟਮ ਇਨਟੂ ਪਰਪੈਂਡੀਕੂਲਰ ਡਿਸਟੈਂਸ, ਯਾਨੀ mv ਲੀਨੀਅਰ ਮੋਮੈਂਟਮ ਆ ਤੇ r ਪਰਪੈਂਡੀਕੂਲਰ ਡਿਸਟੈਂਸ। this angular momentum should be an integral multiple of, ਕਹਿੰਦਾ ਜੀ h/2π, ਯਾਨੀ ਇਸ ਸਟੈਂਡਰਡ h/2π ਵਾਲੇ ਕਾਂਸਟੈਂਟ ਦੇ ਜੇ ਮਲਟੀਪਲ ਚ ਉਸ ਆਰਬਿਟ ਚ ਇਲੈਕਟ੍ਰੋਨ ਦਾ ਐਂਗੂਲਰ ਮੋਮੈਂਟਮ ਹੋਏਗਾ, ਫਿਰ ਆ ਕੰਡੀਸ਼ਨ ਜਿਹੜੀ ਉਸ ਆਰਬਿਟ ਨੂੰ ਸਟੇਸ਼ਨਰੀ ਆਰਬਿਟ ਬਣਾਏਗੀ। ਕਿ ਇੰਨੀ ਗੱਲ ਕਲੀਅਰ ਆ? Yes, sir. Yes. ਇੱਥੇ ਰੋਕ ਦਾਂਗਾ, ਠੀਕ ਹੈ ਜੀ। ਕੱਲ ਇਸੇ ਥਾਂ ਤੋਂ ਆਪਾਂ ਕੰਪਲੀਟ ਕਰਾਂਗੇ ਜੀ। ਕੱਲ ਨੂੰ ਤੁਹਾਡਾ 3rd ਯੂਨਿਟ ਦਾ ਲਾਸਟ ਲੈਕਚਰ ਹੋਏਗਾ ਜੀ, ਓਕੇ।